ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੱਚੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਾਂ ਟਰਮੀਨੋਲੋਜੀਜ਼ ਕਰ ਰਹੇ ਸੀ, ਉਹਦੇ ਵਿੱਚ ਨਾ ਇੱਕ ਟਰਮੀਨੋਲੋਜੀ ਰਹਿ ਗਈ ਸੀ ਜਿਹੜੀ ਕੀ ਸੀ ਕੰਟੀਜੈਂਟ ਲਾਇਬਿਲਿਟੀਜ਼। ਠੀਕ ਆ, ਕੰਟੀਜੈਂਟ ਲਾਇਬਿਲਿਟੀ ਦਾ ਮਤਲਬ ਕੀ ਹੈ, ਦੇਖੋ ਇਟ ਰੈਫਰਸ ਟੂ ਦਾ ਅਮਾਊਂਟ ਵਿਚ ਮੇ ਔਰ ਮੇ ਨਾਟ ਬਿਕਮ ਪੇਬਲ ਇਨ ਫਿਊਚਰ। ਕਹਿੰਦੇ ਇਹ ਉਹ ਵਾਲਾ ਕਰਜ਼ਾ, ਠੀਕ ਹੈ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਇਟ ਰੈਫਰਸ ਟੂ ਦਾ ਅਮਾਊਂਟ ਵਿਚ ਮੇ ਔਰ ਮੇ ਨਾਟ ਬਿਕਮ ਪੇਏਬਲ ਇਨ ਫਿਊਚਰ। ਠੀਕ ਆ, ਕਿ ਜਿਹੜੀ ਆਪਾਂ ਉਹ ਨਹੀਂ ਪੇ ਹੋ ਸਕਦੀ। ਠੀਕ ਹੈ, ਸਮਝ ਆ ਗਈ ਨਾ, ਕਿ ਜੇ ਕਰਜ਼ਾ ਹੋਊਗਾ ਜਿਹੜਾ ਆਪਾਂ ਕਦੀ ਨਾ ਕਦੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਪੇ ਕਰਨਾ ਸੀ ਬਟ ਆਪਾਂ ਨਹੀਂ ਪੇ ਕੀਤਾ ਉਹਨੂੰ। ਠੀਕ ਹੈ, ਫਿਊਚਰ ਇਵੈਂਟਸ ਮੇ ਡਿਸਾਈਡ ਵੈਦਰ ਇਟ ਇਜ਼ ਰੀਅਲੀ ਏ ਲਾਇਬਿਲਿਟੀ ਔਰ ਨਾਟ ਡਿਊ ਟੂ ਦੇ ਅਨਸਰਟਨਟੀ ਦੀਜ਼ ਆਰ ਨੋਨ ਐਜ਼ ਕੰਟੀਜੈਂਟ ਲਾਇਬਿਲਿਟੀ। ਕਹਿੰਦਾ ਕਿ ਅਨਸਰਟਨਟੀ ਦਾ ਮਤਲਬ ਹੈ ਕਿ ਆਪਾਂ ਇਹਨੂੰ ਪੇ ਕਰਨਾ ਵੀ ਹੈ ਕਿ ਨਹੀਂ ਕਰਨਾ, ਇਹ ਨਹੀਂ ਸਾਨੂੰ ਪਤਾ। ਠੀਕ ਹੈ, ਫॉर एग्जाम्पल फाइनैशियल केसिस ਪੈਂਡਿੰਗ ਅਗੇਂਸਟ ਦ ਬਿਜ਼ਨਸ ਇਨ ਦ ਕੋਰਟ ਆਫ ਲਾਅ। ਕਹਿੰਦੇ ਕਿ ਜਿੱਦਾਂ ਕਿ ਕਿਸੇ ਨੇ ਆਪਣੇ ਬਿਜ਼ਨਸ ਉੱਤੇ ਕਰਤਾ ਹੋਵੇ, ਕੇਸ ਕਰ ਦਿੱਤਾ ਹੋਵੇ ਕਿ ਇਹਨਾਂ ਨੇ ਜਿੱਦਾਂ ਮੈਂ ਬਿਜ਼ਨਸ ਉੱਤੇ ਕੇਸ ਕਰਤਾ ਹੋਵੇ, ਮੈਂ ਬਿਜ਼ਨਸ ਉੱਤੇ ਕੇਸ ਕਰਤਾ ਹੋਵੇ ਕਿ ਇਹ ਬਿਜ਼ਨਸ ਮੇਰੇ ਪੈਸੇ ਨਹੀਂ ਵਾਪਸ ਵੀ ਦੇ ਰਿਹਾ। ਠੀਕ ਹੈ, ਅਤੇ ਬਿਜ਼ਨਸ ਦੇ ਉੱਤੇ ਕੀ ਆ, ਕਰਜ਼ਾ ਵਾ ਨਾ, ਲਾਇਬਿਲਿਟੀ ਆ ਨਾ, ਕਿ ਕਿਸੇ ਦਾ ਪੈਸਾ ਉਹਨੇ ਵਾਪਸ ਕਰਨਾ ਵਾ, ਅਤੇ ਬਿਜ਼ਨਸ ਨੇ ਉਹਦਾ ਪੈਸਾ ਵਾਪਸ ਨਹੀਂ ਕੀਤਾ। ਜਦੋਂ ਉਹਦਾ ਪੈਸਾ ਵਾਪਸ ਨਹੀਂ ਕੀਤਾ ਤਾਂ ਉਹਦੇ ਵਿੱਚ ਕੀ ਹੋ ਗਿਆ, ਉਹਦੇ ਵਿੱਚ ਕੀ ਹੋਊਗਾ, ਕੰਟੀਜੈਂਟ ਲਾਇਬਿਲਿਟੀ। ਕਿਉਂਕਿ ਬਿਜ਼ਨਸ ਨੇ ਕਿਸੇ ਨੇ ਬਿਜ਼ਨਸ ਦੇ ਉੱਤੇ ਲਾਤਾ ਕਿ ਬਿਜ਼ਨਸ ਮੈਨੂੰ ਪੈਸਾ ਨਹੀਂ ਦੇ ਰਿਹਾ, ਅਤੇ ਬਿਜ਼ਨਸ ਨੇ ਉਹਦਾ ਪੈਸਾ ਦੇਣਾ ਸੀ। ਜਦੋਂ ਬਿਜ਼ਨਸ ਨੇ ਉਹਦਾ ਪੈਸਾ ਨਹੀਂ ਦਿੱਤਾ, ਦੈਟ ਮੀਨਸ ਪਹਿਲੀ ਤਾਂ ਗੱਲ ਇਹ ਹੈ, ਵੇਖੋ ਵੀ ਲਾਇਬਿਲਿਟੀ ਕੀ ਬਣੀ, ਕਿ ਜਦੋਂ ਬਿਜ਼ਨਸ ਨੇ ਕਿਸੇ ਦਾ ਪੈਸਾ ਦੇਣਾ ਵਾ, ਠੀਕ ਹੈ, ਬਿਜ਼ਨਸ ਨਹੀਂ ਦੇ ਰਿਹਾ, ਠੀਕ ਹੈ, ਦੇ ਰਿਹਾ ਜਦੋਂ ਦੇਣਾ ਦੈਟ ਮੀਨਸ ਲਾਇਬਿਲਿਟੀ, ਬਟ ਬਿਜ਼ਨਸ ਨਹੀਂ ਦੇ ਰਿਹਾ ਅਤੇ ਉਹ ਅਗਲੇ ਬੰਦੇ ਨੇ ਕੀ ਕਰਤਾ, ਕੋਰਟ ਦੇ ਵਿੱਚ ਕੇਸ ਲਾਤਾ। ਠੀਕ ਆ, ਜਦੋਂ ਕੋਰਟ ਦੇ ਵਿੱਚ ਕੇਸ ਲਾਤਾ, ਇਹ ਨਹੀਂ ਪਤਾ ਕਿ ਬਿਜ਼ਨਸ ਦੇ ਹੱਕ ਵਿੱਚ ਫੈਸਲਾ ਆਉਣਾ ਕਿ ਨਹੀਂ ਆਉਣਾ। ਠੀਕ ਆ, ਜੇ ਬਿਜ਼ਨਸ ਨੂੰ ਦੇਣਾ ਅਨਸਰਟਨਟੀ ਹੈ ਨਾ, ਦੇਣਾ ਵੀ ਪਊਗਾ ਨਹੀਂ ਵੀ ਦੇਣਾ ਪਊ। ਜੇ ਬਿਜ਼ਨਸ ਦੇ ਹੱਕ ਦੇ ਵਿੱਚ ਫੈਸਲਾ ਆ ਗਿਆ ਕਿ ਬਿਜ਼ਨਸ ਨੂੰ ਨਹੀਂ ਪੈਸਾ ਦੇਣਾ ਪਿਆ, ਦੈਟ ਮੀਨਸ ਉਹ ਕੀ ਆ, contingent liability। ठीक है, guarantee given on behalf of others, the expected value of contingent liability is either shown on a footnote that is outside the balance sheet। ਕਹਿੰਦੇ ਕਿ contingent liability ਆ ਹਮੇਸ਼ਾ ਉਹ ਕੀ ਕਰਦੇ ਆ, ਫੁੱਟ ਨੋਟ, ਮਤਲਬ ਜੋ ਤੁਸੀਂ ਅਕਾਊਂਟਸ ਬਣਾਉਂਦੇ ਜੋ ਨਾ, ਅਤੇ ਪੂਰੀ ਜਦੋਂ ਤੁਸੀਂ ਆਪਣਾ ਡੈਬਿਟ ਕ੍ਰੈਡਿਟ ਵਾਲੀ ਸਾਈਡ 'ਤੇ ਜਦੋਂ ਤੁਸੀਂ ਪੂਰਾ ਅਕਾਊਂਟ ਬਣਾ ਲੈਂਦੇ ਜੋ ਨਾ, ਜਦੋਂ ਫੋਰ ਐਗਜ਼ਾਮਪਲ ਤੁਹਾਡੀ ਬੁੱਕ ਦੇ ਵਿੱਚ ਸਾਰਾ ਕੁਝ ਲਿਖਿਆ ਹੁੰਦਾ ਨਾ, ਐਟ ਦ ਐਂਡ ਫੁੱਟ ਨੋਟ ਥੱਲੇ ਲਿਖੇ ਹੁੰਦੇ, ਇਹਦਾ ਮਤਲਬ ਕਿ ਇੰਗਲਿਸ਼ ਦੀ ਬੁੱਕ 'ਚ ਹੁੰਦਾ ਨਾ, ਕਿ ਇਹਦਾ ਮਤਲਬ ਕੀ ਮੀਨਿੰਗ ਕੀ ਆ, ਹੈ ਨਾ, ਉਹਨੂੰ ਕਹਿ ਦਿੰਦੇ ਫੁੱਟ ਨੋਟ। ਕਹਿੰਦੇ ਕੰਟੀਜੈਂਟ ਲਾਇਬਿਲਿਟੀ ਹੈ ਕਿ ਤੁਹਾਨੂੰ ਇਹ ਕਰਜ਼ਾ ਜਿਹੜਾ ਤੁਸੀਂ ਪੇ ਨਹੀਂ ਕਰ ਵੀ ਸਕਦੇ ਜੋ, ਨਹੀਂ ਵੀ ਕਰ ਸਕਦੇ। ਠੀਕ ਹੈ, ਫਿਊਚਰ ਦੇ ਵਿੱਚ ਤੁਸੀਂ ਕਰ ਵੀ ਸਕਦੇ ਜੋ, ਨਹੀਂ ਵੀ ਕਰ ਸਕਦੇ। ਅਤੇ ਕਹਿੰਦੇ ਹਾਲੇ ਤੱਕ ਜੇ ਕੋਰਟ ਦੇ ਵਿੱਚ ਕੇਸ ਲੱਗਾ, ਦੈਟ ਮੀਨਸ ਤੁਸੀਂ ਉਹਨੂੰ ਪੇ ਹਾਲੇ ਨਹੀਂ ਕਰੋਗੇ, ਕਿਉਂਕਿ ਕੋਰਟ ਦਾ ਜਿੰਨਾ ਚਿਰ ਤੱਕ ਫੈਸਲਾ ਨਹੀਂ ਆਉਂਦਾ। ਐਂਡ ਦੈਟ ਮੀਨਸ ਕਿ ਜੇ ਕੋਰਟ ਦਾ ਫੈਸਲਾ ਨਹੀਂ ਤੁਹਾਡੇ ਹੱਕ ਦੇ ਵਿੱਚ ਆ ਗਿਆ ਜਾਂ ਜੋ ਵੀ ਹੈ, ਤੁਹਾਨੂੰ ਹਾਲੇ ਪਤਾ ਹੀ ਨਹੀਂ ਕਿ ਪੈਸਾ ਦੇਣਾ ਕਿ ਨਹੀਂ ਦੇਣਾ, ਦੈਟ ਮੀਨਸ ਉਹਨੂੰ ਤੁਸੀਂ ਫੁੱਟ ਨੋਟ ਲਿਖ ਦੋਗੇ ਕਿ ਹਾਲੇ ਮੈਂ ਇੰਨਾ ਪੈਸਾ ਪੇ ਕਰਨਾ ਵਾ। ਠੀਕ ਹੈ ਜੀ, समझ आ गई। और इनर इन shown in the footnote are that outside the balance sheet or in the inner column only on the liability side of the balance sheet। तो कहते कि ਜਾਂ ਫਿਰ ਤੁਸੀਂ ਬੈਲੈਂਸ ਸ਼ੀਟ ਜਦੋਂ ਬਣਾਉਂਦੇ ਜੋ ਲਾਇਬਿਲਿਟੀ ਵਾਲੀ ਸਾਈਡ ਕੰਟੀਜੈਂਟ ਲਾਇਬਿਲਿਟੀ ਲਿਖੋਗੇ ਕਿ ਤੁਹਾਡਾ ਕੀ ਆ, ਕਰਜ਼ਾ ਵਾ, ਤੁਸੀਂ ਪੇ ਕਰਨਾ ਵਾ, ਬਟ ਤੁਸੀਂ ਆਪਣੀ ਮਰਜ਼ੀ ਨਾਲ ਉਹਨੂੰ ਨਹੀਂ ਪੇ ਕਰ ਰਹੇ। ਦ ਅਕਾਊਂਟਿੰਗ ਕਨਵੈਨਸ਼ਨ ਆਫ ਫੁੱਲ ਡਿਸਕਲੋਜ਼ਰ ਰਿਕੁਆਇਰਸ ਦਿਸ ਲਾਇਬਿਲਿਟੀ ਟੂ ਬੀ ਸ਼ੋਨ ਲਾਈਕ ਦਿਸ। ਤੇ ਕਹਿੰਦੇ ਆ ਕਿ ਵੈਸੇ ਆਪਾਂ ਨੂੰ ਇਹ ਚੀਜ਼ ਨੂੰ ਲਾਇਬਿਲਿਟੀ ਵਾਲੀ ਸਾਈਡ ਸ਼ੋਅ ਕਰਨਾ ਪੈਂਦਾ ਵਾ। ਸਮਝ ਆਉਂਦੀ ਮੇਰੀ ਗੱਲ ਦੀ। ਕੰਟੀਜੈਂਟ ਲਾਇਬਿਲਿਟੀ ਮੈਂ ਬਾਰ-ਬਾਰ ਕਹਿ ਰਹੀ ਹਾਂ ਕਿ ਕੰਟੀਜੈਂਟ ਲਾਇਬਿਲਿਟੀ ਦਾ ਮਤਲਬ ਹੀ ਇਹੀ ਆ ਕਿ ਜਿਹੜੀ ਅਮਾਊਂਟ ਆ ਵਿਚ ਮੇ ਔਰ ਮੇ ਨਾਟ ਬਿਕਮ ਪੇਬਲ ਇਨ ਫਿਊਚਰ। ਠੀਕ ਆ, ਪੇ ਮੇ ਦਾ ਮਤਲਬ ਤੁਸੀਂ ਕਰ ਵੀ ਸਕਦੇ ਜੋ ਕਰਜ਼ਾ, ਪੇ ਨਹੀਂ ਵੀ ਕਰ ਸਕਦੇ। ਠੀਕ ਹੈ, ਜਿੱਦਾਂ ਫੋਰ ਐਗਜ਼ਾਮਪਲ ਕਿ ਬਿਜ਼ਨਸ ਨੇ ਕਿਸੇ ਕੋਲੋਂ ਕਰਜ਼ਾ ਲਿਆ ਸੀ, ਠੀਕ ਆ, ਬਿਜ਼ਨਸ ਉਹਨੂੰ ਪੈਸਾ ਵਾਪਸ ਨਹੀਂ ਕਰ ਰਿਹਾ, ਤਾਂ ਉਹ ਬੰਦੇ ਨੇ ਕੀ ਕਰਤਾ, ਬਿਜ਼ਨਸ ਦੇ ਉੱਤੇ ਕੀ ਕਰਤਾ, ਕੇਸ ਕਰਤਾ। ਜਦੋਂ ਕੇਸ ਲੱਗ ਗਿਆ ਫਿਰ ਤੁਸੀਂ ਕੇਸ ਦੀ ਉਡੀਕ ਕਰੋਗੇ ਨਾ ਕਿ ਸਾਡੇ ਹੱਕ 'ਚ ਫੈਸਲਾ ਆਉਂਦਾ ਕਿ ਸਾਡੇ ਨਹੀਂ ਆਉਂਦਾ ਹੱਕ 'ਚ ਫੈਸਲਾ। ਠੀਕ ਹੈ, ਤਾਂ ਉਹਨਾਂ ਚਿਰ ਤੱਕ ਤੁਸੀਂ ਉਹ ਪੈਸਾ ਨਹੀਂ ਪੇ ਕਰੋਗੇ। ਠੀਕ ਹੈ, ਫੋਰ ਐਗਜ਼ਾਮਪਲ ਇਹ ਉਸ ਤਰ੍ਹਾਂ ਦਾ ਹੋ ਜਾਂਦਾ ਹੈ ਕਿ ਜਦੋਂ ਤੁਸੀਂ ਬਿਜ਼ਨਸ ਕਿਸੇ ਨੂੰ ਜਿਹੜਾ ਉਹਦਾ ਕਰਜ਼ਾ ਬਿਜ਼ਨਸ ਪੈਸਾ ਨਹੀਂ ਵਾਪਸ ਕਰਦਾ। ਸਮਝ ਆਈ ਮੇਰੀ ਗੱਲ ਦੀ। ਇੱਕ ਗੱਲ ਹੋਰ ਇਹਦੇ ਵਿੱਚ ਇੱਕ ਐਗਜ਼ਾਮਪਲ ਹੋਰ ਆ ਸਕਦੀ, ਜਿੱਦਾਂ ਪਿੰਡਾਂ ਦੇ ਵਿੱਚ ਆਪਾਂ ਲਿਮਟਾਂ ਬਣਾਉਂਦੇ ਹਾਂ, ਬੈਂਕ ਦੇ ਵਿੱਚ ਜਿਹੜੇ ਕਿਸਾਨ ਆ ਉਹ ਲਿਮਿਟ ਬਣਾਉਂਦੇ ਆ। ਲਿਮਿਟ ਇਹ ਆ ਵੀ 6 ਮਹੀਨੇ ਬਾਅਦ ਉਹਦੇ ਉੱਤੇ ਜੇ 1 ਲੱਖ ਰੁਪਈਆ ਆਪਾਂ ਲਿਆ ਵਾ, ਬੈਂਕ ਨੇ ਸਾਨੂੰ 1 ਲੱਖ ਰੁਪਈਆ ਦੇ ਦੇਣਾ ਵਾ, ਅਤੇ 6 ਮਹੀਨੇ ਬਾਅਦ ਉਹਦੇ ਉੱਤੇ ਆਪਾਂ ਨੂੰ 2-3 ਹਜ਼ਾਰ ਰੁਪਈਆ ਦਾ ਵਿਆਜ ਆਉਂਦਾ ਵਾ। ਠੀਕ ਹੈ, ਬਟ ਜੇ ਆਪਾਂ ਲਿਮਿਟ ਵਾਪਸ ਨਹੀਂ ਕਰਦੇ, ਠੀਕ ਹੈ ਨਾ, ਲਾਇਬਿਲਿਟੀ ਹੈ ਨਾ, ਮੇਰੇ ਸਿਰ ਕਰਜ਼ਾ ਕਿ ਮੈਂ 1 ਲੱਖ ਰੁਪਈਆ ਦਾ ਵਾਪਸ ਕਰਨਾ ਹੀ ਕਰਨਾ, ਨਾਲ ਵਿਆਜ ਵੀ ਵਾਪਸ ਕਰਨਾ, ਬਟ ਜੇ ਮੈਂ ਵਿਆਜ ਹੀ ਦੇਈ ਜਾਵਾਂ ਬਟ ਮੈਂ ਆਪਣਾ ਕੀ ਕਰਨ ਦੀ ਆ, ਮੈਂ ਉਹ 1 ਲੱਖ ਰੁਪਈਆ ਬੈਂਕ ਨੂੰ 10 ਸਾਲ ਹੋ ਚਲੇ ਵਾਪਸ ਨਹੀਂ ਕਰ ਰਹੀ, ਤਾਂ ਉਹ ਕੀ ਆ, ਬੈਂਕ ਲਈ ਕੀ ਆ, ਮੇਰੇ ਲਈ ਕੀ ਆ, ਉਹ ਕੰਟੀਜੈਂਟ ਲਾਇਬਿਲਿਟੀ ਆ ਕਿ ਮੈਂ ਉਹਨੂੰ ਪੇ ਨਹੀਂ ਕਰ ਰਹੀ। ਸਮਝ ਆ ਰਹੀ ਕਿ ਮੇਰੇ ਸਿਰ ਕਰਜ਼ਾ ਬਟ ਮੈਂ ਉਹਨੂੰ ਪੇ ਨਹੀਂ ਕਰ ਰਹੀ। ਠੀਕ ਹੈ ਜੀ, ਹੁਣ ਬੱਚੇ
ਆ ਤੇ ਆਪਾਂ ਕਰ ਲਏ ਸੀ ਸਾਰੇ। ਹੁਣ ਦੇਖੋ ਇਹਦੇ ਵਿੱਚ ਇਲਾਸਟ੍ਰੇਸ਼ਨ ਆ ਜਿਹੜੀ 5th ਇਲਾਸਟ੍ਰੇਸ਼ਨ ਆ, ठीक है। अरविंदर स्टार्टड बिजनेस विद कैश 1,50,000 कहता कि उन्हें पैसा लिया कितना अरविंदर ने 1,50,000। ही सैल गुड्स टू गुरप्रीत कौर ऑन क्रेडिट फॉर क्रेडिट तो किनू गुड्स सैल कीतियां 60,000 दियां गुरप्रीत नूं ते कैश ते कितनियां कीतियां 30,000 ते। समझ आ रही। तो फिर उन्हें परचेजिज कित को कीतियां राकेश कोलों 50,000 ऑन क्रेडिट एंड फॉर 20,000 ऑन कैश। ही परचेज मशीनरी फॉर 35,000 एंड फर्नीचर फॉर 25,000। ही बोरोड 70,000 फ्रॉम बैंक फॉर ए पीरियड ऑफ 3 ईयर्स। ठीक है, बैंक को लिया दैट मीनस करजा वा लाइबिलिटी आ, जे पे नहीं करता बैंक नूं, ठीक है 3 साल के तो फिर की बन जूगी लाइबिलिटी, कॉन्टीजेंट लाइबिलिटी। ठीक है जी। ही परचेज गुडविल फॉर 20,000 एंड पेटेंट राइट्स फॉर 15,000। फस्ट ऑफ ऑल ये पहला ही वेख लो भी एग्जाम्पल है कि कैपिटल केड़ी आ, तुहानूं भी पता देखते हैं। मैं चलो आप क्वेश्चन पढ़ते हैं पहला। वट इज़ द अमाउंट ऑफ हिज कैपिटल। अमाउंट की कैपिटल कितनी होगी, कैपिटल की होंगी जिन्ना पैसा उन्हें लिया होंगे कि कितना पैसा लिया 1,50,000 की अमाउंट कितनी होगी 1,50,000। ठीक है। हू इज़ द डैटर। डैटर कौन होंदा कस्टमर, तो कस्टमर कौन होंदा जो आप डैटर कौन होंदा पढ़ाया सी ना मैं, जिन्होंने आप चीज़ां काहदे उत्ते दित्तियां होंदियां वा उधार ते, है ना, वही होंदा ना। डैटर कौन आ पहला तो दसो डैटर कौन। ही सैल गुड्स टू गुरप्रीत। डैटर कौन आ कस्टमर, किनू सैल कीतियां गुरप्रीत नूं ना रविंदर ने। किनू बच्चे गुड्स सैल कीतियां गुरप्रीत नूं ना, तो गुरप्रीत की होगी डैटर होगी। तो समझ आ गई गुरप्रीत की होगी या डैटर होगी। ठीक है। एंड वट आर द बुक डेट्स। बुक डेट्स का मतलब यह कि जिहड़ा पैसा तुहाडा नहीं मिलना, तो वही ना बुक डेट्स का मतलब होंदा कि सॉरी बुक डेट का मतलब तुहाडे डैटर्स किन्ने आ। डैटर्स का मतलब यह कि किन्ना ने उधार ते तुहाडे कोल चीज़ां खड़ियां वा, किहड़े कस्टमर जिन्हां ने उधार ते चीज़ां खड़ियां। ठीक है। कस्टमर कौन आ गुरप्रीत आ, किन्ने दी उन्हें उधार ते खड़ियां वा क्रेडिट 60,000 ते। ठीक है। 30,000 उन्हें की खड़ियां कैश ते खड़ियां। दैट मीनस कि आपां की लिखांगे इत्थे 60,000 क्यों लिखांगे कि सिर्फ आप डैट्स का मतलब डैटर, तो डैटर कौन होंगे कस्टमर वो वाले जिन्होंने पैसा काहदे उत्ते खड़िया होंदा उधार ते। गल समझो मेरी। ठीक है। हू इज़ द क्रैडिटर एंड वट इज़ द अमाउंट पेबल। बच्चे क्रैडिटर कौन होंदा जिहदे कोल बिजनेस ने पैसा लिया होंदा काहदे उत्ते गुड्स लईआं होंदियां उधार ते, जिहदे कोल बिजनेस ने गुड्स लईआं होंदियां। दैट मीनस वेखो हुण अरविंदर ने किहदे कोल परचेजिज कीतियां वा राकेश कोलों, तो राकेश की हो गया क्रैडिटर। राकेश की हो गया वा क्रैडिटर। समझ आ रही है। राकेश की हो गया वा क्रैडिटर हो गया वा। एंड किन्ने ते उन्होंने क्रैडिटर मैं पहला टर्म्स समझो, मैं तुहानूं बार बार कहती कि टर्म्स जिहड़ियां वा यही हुण तुहाडा बेस आ। क्रैडिटर कौन है जिहदे को आपां कित्ते लैंदे आ उधार ते गुड्स लैंदे आ। समझ आ रही है। क्रैडिटर कौन हुंदा जिहदे को आपां उधार ते गुड्स लैंदे आ, ते आपां बिजनेस ने उधार ते गुड्स लईआं, ते आपां किहदे को परचेज कीतियां गुड्स किहदे कोल कीतियां वा राकेश कोलों। तो बट आपां किहड़ियां वालियां लिखणियां वा क्रैडिट वालियां, क्योंकि उधार वालियां लिखांगे। जिन्ना उत्ते पैसा देता वो आपां नहीं लिखांगे। किन्नियां वा 50,000। समझ आई। समझ आ रही है बच्चे। एक होर चीज़ डैटर वो वाले होंगे, मैं बार बार फिर समझा रही हाँ, जिन्ना ਜਿਹੜੇ बिजनेस के कस्टमर्स होंगे जिन्होंने बिजनेस ने गुड्स सैल कीतियां बट कीतियां काहदे उत्ते आ उधार उत्ते। डैटर वो वाले होंगे जिन्होंने बिजनेस ने गुड्स सैल कीतियां पर कीतियां काहदे उत्ते आ उधार ते। ठीक है। एंड क्रैडिटर होंदा जिन्हों को बिजनेस ने गुड्स परचेज कीतियां वा बट कीतियां काहदे उत्ते आ उधार ते, कैश वालियां नहीं होणगियां। समझ आ रही है मेरी गल दी। मैं सारा कुछ करवा चुकी हूँ, जो तुहानूं हले भी नहीं समझ आ रही ना तो दोबारा पूछ सकते जो। वट इज़ द अमाउंट ऑफ नॉन करंट एसेट्स अक्वायर्ड बाय इशाक। इशफाक नहीं होना बच्चे, इत्थे गलत लिखिया। मेन कौन आ बंदा इन्हां दा कौन आ अरविंदर आ, है ना। अरविंदर है ना। बिजनेस किने स्टार्ट किया अरविंदर ने। सो इत्थे सही करो की आ अरविंदर। ठीक है जी। गलती ना को लिखा गया। नॉन करंट का मतलब की होंदा कि जेडे नॉन करंट एसेट्स अक्वायर्ड बाय अरविंदर। ठीक है। वट इज़ द अमाउंट ऑफ नॉन करंट बच्चे किहड़े होंदे आ, नॉन करंट किहड़े हो गए, करंट किहड़े होंदे आ जिहड़े आपां 1 साल दे विच यूज़ कर सकदे। नॉन करंट किहड़े होंदे जिहड़े इत्थे इहदा मतलब की हो गया किहड़े फिक्स एसेट्स दा कहंदे आ। उन्होंने तुहानूं घुमा के समझाया वा। ठीक है। करंट किहड़े होंदे आ जिहड़े 1 साल दे विच आपां यूज़ कर एसेट्स होंदे है ना। तो नॉन करंट किहड़े हो गए जेड़े फिक्स एसेट्स होंदे आ। समझ आ गई। हुण फिक्स एसेट्स किहड़े किहड़े आ बच्चे मान के चलो। फिक्स एसेट्स किहड़े किहड़े मशीनरी 35,000 दी, 25,000 दा फर्नीचर ते गुडविल ते पेटेंट राइट। समझ आई मेरी गल दी। आ चीज़ की आ लोन की आ तुहाडा
ਲਾਇਬਿਲਿਟੀ ਆ, ਲੋਨ ਕੀ ਆ, ਲੋਨ ਲਿਆ ਵਾ ਤਾਂ ਉਹ ਕੀ ਆ ਤੁਹਾਡੇ ਸਿਰ ਕੀ ਆ, ਕਰਜ਼ਾ। ਹੁਣ ਇਹਨੇ ਇੱਥੇ ਕੀ ਕੀਤਾ 35,000 ਮਸ਼ੀਨਰੀ ਦਾ, ਫਰਨੀਚਰ ਦਾ 25,000, ਗੁੱਡਵਿਲ ਦਾ 20,000 ਤੇ ਪੇਟੈਂਟ ਰਾਈਟਸ ਦਾ 15,000 ਕਰਕੇ 95,000। ਠੀਕ ਹੈ। ਉਸ ਤੋਂ ਬਾਅਦ ਵਟ ਇਜ਼ ਦ ਅਮਾਊਂਟ ਆਫ ਟੈਂਜੀਬਲ ਐਂਡ ਇਨਟੈਂਜੀਬਲ ਐਸੈਟਸ ਪਰਚੇਜ਼। ਅਮਾਊਂਟ ਦੱਸੋ, ਟੈਂਜੀਬਲ ਕਿਹੜੇ ਐਸੈਟਸ ਜਿਨ੍ਹਾਂ ਨੂੰ ਆਪਾਂ ਟੱਚ ਕਰ ਸਕਦੇ, ਇਨਟੈਂਜੀਬਲ ਜਿਨ੍ਹਾਂ ਨੂੰ ਨਹੀਂ ਟੱਚ ਕਰ ਸਕਦੇ। ਟੱਚ ਕਿਹਨੂੰ ਕਰ ਸਕਦੇ, ਪਹਿਲਾਂ ਤਾਂ ਐਸੈਟ ਲੱਭੋ ਕਿਹੜੇ ਕਿਹੜੇ ਐਸੈਟ, ਇਹੀ ਸਾਰੇ ਹੋ ਗਏ ਨਾ, ਕਿਹੜੇ ਕਿਹੜੇ, ਮਸ਼ੀਨਰੀ ਹੋ ਗਈ, ਫਰਨੀਚਰ ਹੋ ਗਿਆ, ਗੁੱਡਵਿਲ ਹੋ ਗਈ ਤੇ ਪੇਟੈਂਟ ਰਾਈਟਸ। ਟੱਚ ਕਿਹਨੂੰ ਕਰ ਸਕਦੇ, ਜੋ ਮਸ਼ੀਨਰੀ ਨੂੰ ਤੇ ਫਰਨੀਚਰ, ਦੈਟ ਮੀਨਸ ਮਸ਼ੀਨਰੀ ਪਲੱਸ ਫਰਨੀਚਰ ਕਿੰਨਾ ਹੋ ਗਿਆ 60,000। ਠੀਕ ਆ, 35 + 25 ਕਿੰਨਾ ਹੋ ਗਿਆ 60,000। ਟੱਚ ਕਿਹਨੂੰ ਨਹੀਂ ਕਰ ਸਕਦੇ, ਗੁੱਡਵਿਲ ਤੇ ਪੇਟੈਂਟ ਰਾਈਟਸ ਨੂੰ। ਇਹ ਕਿੰਨਾ ਹੋ ਗਿਆ 30 + 15 ਕਿੰਨਾ ਹੋ ਗਿਆ 25, 20 + 15 ਕਿੰਨਾ ਹੋ ਗਿਆ 35,000। ਸਮਝ ਆ ਰਹੀ ਹੈ ਮੇਰੀ? ਜੇ ਨਹੀਂ ਆ ਰਹੀ ਤਾਂ ਆਪਾਂ ਇਹਨੂੰ ਦੁਬਾਰਾ ਕਰ ਲਾਂਗੇ, ਟੈਨਸ਼ਨ ਲੈਣ ਵਾਲੀ ਗੱਲ ਨਹੀਂ, ਹਾਲੇ ਨਵਾਂ ਤੁਹਾਡੇ ਲਈ। ਵਟ ਇਜ਼ ਦ ਨਾਨ ਕਰੰਟ ਐਸੈਟਸ। ਬਟ ਇਹ ਕਰੰਟ ਲਾਇਬਿਲਿਟੀ ਕਿਹੜੀ ਹੁੰਦੀ ਹੈ, ਕਰੰਟ ਕਿਹੜੀ ਹੁੰਦੀ ਹੈ, ਜਿਹੜੀ 1 ਸਾਲ ਦੇ ਵਿੱਚ ਆਪਾਂ ਪੇ ਕਰ ਦਈਦੀ ਆ, ਹੈ ਨਾ। ਨਾਨ ਕਰੰਟ ਦਾ ਮਤਲਬ ਹੈ ਜਿਹੜੀ ਆਪਾਂ 1 ਸਾਲ ਤੋਂ ਬਾਅਦ ਵੀ ਪੇ ਨਹੀਂ ਕਰੀਦੀ। ਜਿੱਦਾਂ ਵੱਡਾ ਲੋਨ ਹੋ ਗਿਆ, ਕੋਈ 10 ਸਾਲ ਦਾ ਲੋਨ ਆ, ਤਾਂ ਲੋਨ ਕਿਹੜਾ ਇਹਦੇ ਵਿੱਚ ਤੁਹਾਡਾ 70,000 ਦਾ, ਕਿੰਨੇ ਸਾਲਾਂ ਲਈ ਆ 3 ਸਾਲ ਲਈ। 1 ਸਾਲ ਦੇ ਵਿੱਚ ਪੇ ਨਹੀਂ ਹੋਣਾ ਨਾ, ਕਿੰਨੇ ਸਾਲਾਂ ਲਈ ਪੇ ਹੋਣਾ ਵਾ 3 ਸਾਲਾਂ ਲਈ। ਦੈਟ ਮੀਨਸ ਕਿ 70,000 ਕੀ ਹੋਗੀ ਤੁਹਾਡੀ ਲਾਇਬਿਲਿਟੀ। ਬੱਚੇ ਨਹੀਂ ਸਮਝ ਆਊਗੀ ਦੁਬਾਰਾ ਪੁੱਛ ਲਿਓ। ਠੀਕ ਹੈ ਬੱਚੇ, ਇਹ ਮੈਂ ਤੁਹਾਨੂੰ ਸਾਰੀਆਂ ਟਰਮਸ ਕਰਵਾਈਆਂ ਸੀ। ਦੈਟਸ ਆਲ ਫॉर ਟੂਡੇ। ਤੇ ਆਹ ਸਾਰੇ ਹੁਣ ਤੁਸੀਂ ਸਮਸ ਆਪੇ ਕਰਨੇ ਆ। ਇੱਕ ਸਮ ਰਹਿ ਗਿਆ ਵਾ, ਉਹ ਤੁਸੀਂ ਆਪਣੇ ਆਪ ਕਰਨਾ ਵਾ ਤੇ ਮੈਨੂੰ ਦੱਸਣਾ ਕਿ ਤੁਹਾਡਾ ਉਹ ਸੋਲਵ ਹੋਇਆ ਵਾ ਕਿ ਨਹੀਂ ਹੋਇਆ। ਅੱਜ ਮੈਨੂੰ ਦੱਸਣਾ ਕਿ ਉਹ ਸੋਲਵ ਹੋਇਆ ਕਿ ਨਹੀਂ ਹੋਇਆ। ਦੈਟਸ ਆਲ ਫॉर ਟੂਡੇ ਬੱਚੇ।